ਪਰਮਾਤਮਾ ਜਿਸ ਦਾ ਕਣ-ਕਣ ਦੇ ਵਿੱਚ ਵਾਸ ਹੈ, ਜੋ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਜੀਵ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਪਰਮਾਤਮਾ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੰਦਾ। ਹਰ ਇੱਕ ਜੀਵ ਦੀ ਔਖੇ ਟਾਈਮ ਦੇ ਵਿੱਚ ਜ਼ਰੂਰ ਮਦਦ ਕਰਦਾ ਹੈ। ਅੱਜ ਅਸੀਂ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਇਹ ਇੱਕ ਗੁਰਸਿੱਖ ਦੇ ਨਾਲ ਵਾਪਰੀ, ਜੋ ਕਿ ਬਹੁਤ ਹੀ ਜ਼ਿਆਦਾ ਲੋੜਵੰਦ ਸੀ। ਸੁਖਵੀਰ ਸਿੰਘ, ਜੋ ਕਿ ਅੰਮ੍ਰਿਤਸਰ ਸਾਹਿਬ ਦਾ ਵਸਨੀਕ ਸੀ, ਉਹ ਆਪਣੇ 2 ਬੱਚਿਆਂ ਅਤੇ ਘਰਵਾਲੀ ਦੇ ਸਮੇਤ ਅੰਮ੍ਰਿਤਸਰ ਹੀ ਰਹਿੰਦੇ ਸਨ। ਉਹ ਗੁਰਸਿੱਖ ਬਹੁਤ ਹੀ ਜ਼ਿਆਦਾ ਸੇਵਾ ਭਾਵਨਾ ਦੇ ਵਾਲਾ ਸੀ। ਉਹ ਬਹੁਤ ਹੀ ਜ਼ਿਆਦਾ ਪਾਠ ਕਰਦਾ ਸੀ ਅਤੇ ਦਰਬਾਰ ਸਾਹਿਬ ਜਾ ਕੇ ਜੋੜਾ ਘਰ ਦੇ ਵਿੱਚ ਸੇਵਾ ਕਰਦਾ ਸੀ। ਉਹ ਹਰ ਰੋਜ਼ ਸੁਬਾਹ ਸ਼ਾਮ ਦਰਬਾਰ ਸਾਹਿਬ ਜਾਂਦਾ ਸੀ। ਪੂਰੇ ਤਨੋਂ ਮਨੋਂ ਸੇਵਾ ਕਰਕੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਸੀ। ਇੱਕ ਦਿਨ ਉਸੇ ਤਰ੍ਹਾਂ ਉਹ ਦਰਬਾਰ ਸਾਹਿਬ ਗਿਆ। ਉਸਨੇ ਇਸ਼ਨਾਨ ਕੀਤਾ ਅਤੇ ਮੱਥਾ ਟੇਕਿਆ ਤੇ ਸੇਵਾ ਵਿੱਚ ਲੱਗ ਗਿਆ। ਉਸ ਦਿਨ ਉਸਦੇ ਚਿਹਰੇ ਤੇ ਸੇਵਾ ਕਰਦੇ ਕਰਦੇ ਕੁਝ ਉਦਾਸੀ ਜਿਹੀ ਝਲਕ ਰਹੀ ਸੀ। ਥੋੜੇ ਟਾਈਮ ਬਾਅਦ ਨਾਲ ਦੇ ਇੱਕ ਸੇਵਾਦਾਰ ਨੇ ਉਸ ਨੂੰ ਪੁੱਛਿਆ ਕਿ ਤੂੰ ਇੰਨਾ ਉਦਾਸ ਕਿਉਂ ਹੈ, ਕੋਈ ਪਰੇਸ਼ਾਨੀ ਹੈ? ਉਸ ਤੋਂ ਬਾਅਦ ਉਸ ਗੁਰਸਿੱਖ ਨੇ ਦੱਸਿਆ ਕਿ ਮੇਰੀ ਧੀ ਦਾ ਵਿਆਹ ਤੈਅ ਹੋ ਗਿਆ ਹੈ। ਉਸ ਤੋਂ ਬਾਅਦ ਨਾਲ ਦੇ ਸੇਵਕ ਨੇ ਕਿਹਾ ਕਿ ਇਹ ਤਾਂ ਖੁਸ਼ੀ ਦੀ ਗੱਲ ਹੈ, ਪਰ ਤੂੰ ਉਦਾਸ ਬੈਠਾ ਹੈ। ਉਸ ਗੁਰਸਿੱਖ ਨੇ ਕਿਹਾ ਕਿ ਮੇਰੀ ਧੀ ਦਾ ਵਿਆਹ ਇੱਕ ਅਮੀਰ ਘਰ ਦੇ ਵਿੱਚ ਤੈਅ ਹੋ ਗਿਆ ਹੈ, ਇਸ ਲਈ ਉਸ ਨੂੰ ਅਮੀਰ ਘਰ ਦੀ ਹੈਸੀਅਤ ਦੇ ਨਾਲ ਆਪਣੀ ਧੀ ਦਾ ਵਿਆਹ ਕਰਨਾ ਪਵੇਗਾ, ਪਰ ਉਸ ਦੇ ਕੋਲ ਤਾਂ ਪੈਸੇ ਨਹੀਂ ਹਨ ਤਾਂ ਕਿ ਆਪਣੀ ਧੀ ਦਾ ਵਿਆਹ ਗੱਜ-ਵੱਜ ਕੇ ਕਰ ਸਕੇ। ਉਸ ਤੋਂ ਬਾਅਦ ਨਾਲ ਦੇ ਸੇਵਾਦਾਰ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਪਰਮਾਤਮਾ ਕੋਈ ਨਾ ਕੋਈ ਰਾਹ ਜ਼ਰੂਰ ਦਿਖਾਉਣਗੇ। ਇੰਨਾ ਕਹਿ ਕੇ ਉਸ ਦੇ ਨਾਲ ਦਾ ਸੇਵਕ ਉਸ ਨੂੰ ਹੌਸਲਾ ਦੇ ਕੇ ਫੇਰ ਸੇਵਾ ਦੇ ਵਿੱਚ ਜੁਟ ਗਿਆ। ਦੂਸਰੇ ਦਿਨ ਫਿਰ ਉਹ ਸੇਵਕ ਦਰਬਾਰ ਸਾਹਿਬ ਆਇਆ, ਮੱਥਾ ਟੇਕਿਆ ਅਤੇ ਸੇਵਾ ਦੇ ਵਿੱਚ ਲੱਗ ਗਿਆ। ਉਹ ਹਜੇ ਵੀ ਉਹੀ ਗੱਲਾਂ ਸੋਚੀ ਜਾ ਰਿਹਾ ਸੀ ਕਿ ਆਪਣੀ ਧੀ ਦਾ ਵਿਆਹ ਕਿਸ ਤਰ੍ਹਾਂ ਕਰੇ। ਇੰਨੇ ਨੂੰ ਉਹ ਸੋਚ ਹੀ ਰਿਹਾ ਸੀ ਕਿ ਅਚਾਨਕ ਇੱਕ ਸਿੰਘ, ਜਿਸ ਦੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਤੇ ਉਸ ਦੀ ਦਾੜੀ ਚਿੱਟੇ ਰੰਗ ਦੀ ਸੀ, ਉਸ ਦੇ ਚਿਹਰੇ ਤੇ ਇੱਕ ਇਲਾਹੀ ਜਿਹਾ ਨੂਰ ਸੀ, ਜਿਸ ਦੇ ਹੱਥ ਦੇ ਵਿੱਚ ਇੱਕ ਚਿੱਟੇ ਰੰਗ ਦਾ ਬੈਗ ਸੀ। ਉਹ ਸਿੰਘ ਜੋੜਾ ਘਰ ਦੇ ਵਿੱਚ ਆਇਆ ਤੇ ਉਹ ਚਿੱਟੇ ਰੰਗ ਦਾ ਬੈਗ ਉੱਥੇ ਹੀ ਰੱਖ ਗਿਆ ਤੇ ਹਜੇ ਉਹ ਸਿੰਘ ਉੱਥੇ ਹੀ ਸੇਵਾ ਕਰ ਰਿਹਾ ਸੀ। ਸ਼ਾਮ ਦਾ ਟਾਈਮ ਹੋਇਆ ਅਤੇ ਸਾਰੇ ਸੇਵਾਦਾਰ ਚਲੇ ਗਏ, ਪਰ ਹਜੇ ਵੀ ਉਹ ਗੁਰਸਿੱਖ ਸੋਚਾਂ ਦੇ ਵਿੱਚ ਬੈਠਾ ਸੀ ਤੇ ਸੇਵਾ ਕਰ ਰਿਹਾ ਸੀ। ਜਦੋਂ ਉਹ ਜਾਣ ਲੱਗਿਆ ਤਾਂ ਉਸਨੇ ਆਪਣਾ ਬੈਗ ਚੱਕਿਆ। ਜਿਉਂ ਹੀ ਉਸਨੇ ਜਾਣ ਦੀ ਤਿਆਰੀ ਕੀਤੀ, ਅਚਾਨਕ ਉਸ ਦਾ ਧਿਆਨ ਉਸ ਚਿੱਟੇ ਰੰਗ ਦੇ ਬੈਗ ਤੇ ਪਿਆ। ਉਸ ਗੁਰਸਿੱਖ ਨੇ ਉਸ ਬੈਗ ਨੂੰ ਚੱਕਿਆ ਅਤੇ ਸੋਚਣ ਲੱਗ ਪਿਆ ਕਿ ਕਿਸ ਸੇਵਾਦਾਰ ਦਾ ਰਹਿ ਗਿਆ ਹੋਵੇਗਾ। ਜਦੋਂ ਉਸਨੇ ਉਹ ਬੈਗ ਖੋਲ੍ਹਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਬੈਗ ਪੂਰਾ ਨੋਟਾਂ ਦੇ ਨਾਲ ਭਰਿਆ ਹੋਇਆ ਸੀ। ਉਸਨੇ ਤੈਅ ਕੀਤਾ ਕਿ ਉਹ ਬੈਗ ਗੁਰਦੁਆਰੇ ਦੇ ਸੇਵਕਾਂ ਨੂੰ ਦੇ ਦੇਵੇਗਾ ਤਾਂ ਕਿ ਸਹੀ ਹੱਥਾਂ ਤੱਕ ਇਹ ਬੈਗ ਪਹੁੰਚ ਸਕੇ। ਉਸਨੇ ਉਸੇ ਤਰ੍ਹਾਂ ਹੀ ਕੀਤਾ। ਉਹ ਜੋੜਾ ਘਰ ਤੋਂ ਚੱਲ ਪਿਆ ਅਤੇ ਉਸਨੇ ਉਹ ਬੈਗ ਜਾ ਕੇ ਸੇਵਾਦਾਰਾਂ ਨੂੰ ਦੇ ਦਿੱਤਾ ਤੇ ਕਿਹਾ ਕਿ ਜਿਸ ਦਾ ਵੀ ਬੈਗ ਹੋਵੇਗਾ ਤੁਸੀਂ ਉਸਦੇ ਹੱਥਾਂ ਦੇ ਤੱਕ ਪਹੁੰਚਾ ਦਿਓ। ਉਹ ਸੇਵਾਦਾਰ ਉਸ ਗੁਰਸਿੱਖ ਨੂੰ ਕਹਿਣ ਲੱਗੇ ਕਿ ਤੂੰ ਕਿੰਨੇ ਚਿਰਾਂ ਦਾ ਇੱਥੇ ਸੇਵਾ ਕਰਨ ਆ ਰਿਹਾ ਹੈ, ਇਹ ਤੇਰਾ ਫਲ ਹੈ। ਪਰਮਾਤਮਾ ਨੇ ਤੈਨੂੰ ਇਹ ਫਲ ਬਖਸ਼ਿਆ ਹੈ, ਇਹ ਤੂੰ ਰੱਖ ਲੈ। ਉਸਨੇ ਕਿਹਾ ਕਿ ਮੇਰਾ ਇਹਨਾਂ ਪੈਸਿਆਂ ਤੇ ਕੋਈ ਹੱਕ ਨਹੀਂ, ਮੈਂ ਪੈਸੇ ਬਿਲਕੁਲ ਨਹੀਂ ਲੈ ਸਕਦਾ, ਤੁਸੀਂ ਬਸ ਇਸ ਨੂੰ ਆਪਦੇ ਕੋਲੇ ਰੱਖ ਲਵੋ ਤੇ ਇਸ ਦੇ ਮਾਲਕ ਤੱਕ ਇਸ ਨੂੰ ਪਹੁੰਚਾ ਦਿਓ। ਇੰਨਾ ਕਹਿ ਕੇ ਉਹ ਗੁਰਸਿੱਖ ਉੱਥੋਂ ਨਿਕਲ ਆਇਆ ਤੇ ਆਪਣੇ ਘਰ ਵੱਲ ਨੂੰ ਪਰਤ ਆਇਆ। ਉਸੇ ਰਾਤ ਇੱਕ ਸੇਵਾਦਾਰ ਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਉਹੀ ਸਿੰਘ ਆਇਆ ਜਿਸ ਨੇ ਉੱਥੇ ਥੈਲਾ ਰੱਖਿਆ ਸੀ। ਉਸ ਸਫੇਦ ਕੱਪੜਿਆਂ ਵਾਲੇ ਸਿੰਘ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਇਹ ਜੋ ਬੈਗ ਤੁਹਾਡੇ ਕੋਲ ਹੈ, ਇਸ ਨੂੰ ਉਸ ਗੁਰਸਿੱਖ ਤੱਕ ਪਹੁੰਚਾ ਦਿਓ ਜੋ ਜੋੜਾ ਘਰ ਦੇ ਵਿੱਚ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ। ਇੰਨਾ ਕਹਿ ਕੇ ਉਹ ਸਿੰਘ ਉਸ ਸੇਵਾਦਾਰ ਦੇ ਸੁਪਨੇ ਦੇ ਵਿੱਚੋਂ ਚਲਿਆ ਗਿਆ। ਉਸ ਤੋਂ ਬਾਅਦ ਅਗਲੇ ਦਿਨ ਉਸ ਸੇਵਾਦਾਰ ਨੇ ਆਪਣੇ ਸੁਪਨੇ ਬਾਰੇ ਨਾਲ ਦੇ ਸਾਥੀਆਂ ਨੂੰ ਦੱਸਿਆ ਤੇ ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਜਾ ਕੇ ਇਹ ਬੈਗ ਜੋ ਕਿ ਨੋਟਾਂ ਨਾਲ ਭਰਿਆ ਹੋਇਆ ਸੀ ਉਸ ਸੇਵਾਦਾਰ ਨੂੰ ਦੇ ਦੇਣਗੇ ਜੋ ਕਿ ਕਈ ਸਾਲਾਂ ਤੋਂ ਇੱਥੇ ਸੇਵਾ ਕਰਦਾ ਹੈ। ਸਾਰੇ ਉਸ ਦਾ ਸੁਪਨਾ ਸੁਣ ਕੇ ਹੈਰਾਨ ਰਹਿ ਗਏ ਤੇ ਉਸੇ ਟਾਈਮ ਹੀ ਉਹ ਸੁਖਵੀਰ ਸਿੰਘ ਦੇ ਘਰ ਵੱਲ ਚੱਲ ਪਏ। ਉਹ ਸੇਵਾਦਾਰ ਉਸ ਦੇ ਘਰ ਪਹੁੰਚ ਗਏ ਤੇ ਸੁਖਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਉਹ ਬੈਗ ਸੁਖਵੀਰ ਸਿੰਘ ਨੂੰ ਦੇ ਦਿੱਤਾ ਤੇ ਕਿਹਾ ਕਿ ਇਹ ਬੈਗ ਤੇਰਾ ਹੈ, ਇਹ ਤੇਰੀ ਅਮਾਨਤ ਹੈ, ਇਹ ਤੇਰੀ ਸੇਵਾ ਦਾ ਫਲ ਹੈ। ਅਸੀਂ ਇਸ ਨੂੰ ਗੋਲਕ ਦੇ ਵਿੱਚ ਨਹੀਂ ਪਾ ਸਕਦੇ, ਬਲਕਿ ਤੈਨੂੰ ਦੇਣ ਆਏ ਹਾਂ। ਇਹ ਸੁਣ ਕੇ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸਨੇ ਅੱਧੇ ਪੈਸੇ ਉਸ ਵਿੱਚੋਂ ਰੱਖ ਲਏ ਤੇ ਬਾਕੀ ਉਹਨਾਂ ਸੇਵਾਦਾਰਾਂ ਨੂੰ ਵਾਪਸ ਕਰ ਦਿੱਤੇ।
ਤੇ ਕਿਹਾ ਕਿ ਇਹਨਾਂ ਪੈਸਿਆਂ ਨੂੰ ਤੁਸੀਂ ਗੋਲਕ ਵਿੱਚ ਪਾ ਦਿਓ ਤਾਂ ਕਿ ਕਿਸੇ ਹੋਰ ਲੋੜਵੰਦ ਦੀ ਮਦਦ ਹੋ ਸਕੇ। ਉਸ ਤੋਂ ਬਾਅਦ ਸੁਖਵੀਰ ਸਿੰਘ ਨੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਸੱਚੇ ਦਿਲੋਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਪਰਮਾਤਮਾ, ਤੂੰ ਮੈਨੂੰ ਬਹੁਤ ਵੱਡੀ ਮੁਸ਼ਕਿਲ ਦੇ ਵਿੱਚੋਂ ਕੱਢ ਲਿਆ ਹੈ। ਤੂੰ ਮੇਰੀ ਸਾਰੀ ਚਿੰਤਾ ਦਾ ਹੱਲ ਪਲਾਂ ਵਿੱਚ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਪੈਸਿਆਂ ਨਾਲ ਸੁਖਵੀਰ ਸਿੰਘ ਨੇ ਆਪਣੀ ਧੀ ਦਾ ਵਿਆਹ ਗੱਜ-ਵੱਜ ਕੇ ਕੀਤਾ ਅਤੇ ਆਪਣੇ ਛੋਟੇ ਬੇਟੇ ਨੂੰ ਨੌਕਰੀ ਤੇ ਲਗਵਾ ਦਿੱਤਾ। ਪੈਸੇ ਆਉਣ ਤੋਂ ਬਾਅਦ ਉਸ ਦਾ ਸੁਭਾਅ ਬਿਲਕੁਲ ਵੀ ਨਹੀਂ ਬਦਲਿਆ। ਉਸੇ ਤਰ੍ਹਾਂ ਉਹ ਹਰ ਰੋਜ਼ ਦਰਬਾਰ ਸਾਹਿਬ ਆਉਂਦਾ ਸੀ, ਇਸ਼ਨਾਨ ਕਰਦਾ ਸੀ, ਮੱਥਾ ਟੇਕ ਕੇ ਤੇ ਆਪਣੀ ਸੇਵਾ ਦੇ ਵਿੱਚ ਲੱਗ ਜਾਂਦਾ ਸੀ। ਜੇਕਰ ਆਪਾਂ ਕੋਈ ਵੀ ਕੰਮ ਸੱਚੇ ਦਿਲੋਂ ਕਰਦੇ ਹਾਂ, ਚਾਹੇ ਕਿਸੇ ਦੀ ਕੋਈ ਮਦਦ ਕੀਤੀ ਹੋਵੇ, ਚਾਹੇ ਕੋਈ ਸੇਵਾ ਕਰਦੇ ਹੋਈਏ, ਉਸ ਦਾ ਫਲ ਪਰਮਾਤਮਾ ਜ਼ਰੂਰ ਦਿੰਦਾ ਹੈ। ਤੇ ਜੇਕਰ ਅਸੀਂ ਮੁਸੀਬਤ ਦੇ ਵਿੱਚ ਹੋਈਏ, ਜੇਕਰ ਅਸੀਂ ਮੂੰਹੋਂ ਨਾ ਬੋਲੀਏ, ਤਾਂ ਵੀ ਪਰਮਾਤਮਾ ਜਾਣੀ ਜਾਣ ਹੈ, ਸਭ ਕੁਝ ਜਾਣਦਾ ਹੈ। ਪਰਮਾਤਮਾ ਸਾਡੀ ਮਦਦ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਜ਼ਰੂਰ ਕਰਦਾ ਹੈ। ਬਸ ਸਾਨੂੰ ਵਿਸ਼ਵਾਸ ਦੀ ਲੋੜ ਹੁੰਦੀ ਹੈ, ਜੋ ਕਿ ਸੱਚੇ ਪਿਤਾ ਪਰਮਾਤਮਾ ਤੇ ਬਣਾਈ ਰੱਖਣਾ ਚਾਹੀਦਾ ਹੈ।